हम दुनिया से अलग नहीं, हमारी दुनिया ही अलग है। हेलो हाय वेलकम टू एवरीवन ऑन माय यूट्यूब चैनल। मैं ਤੁਹਾਡਾ ਆਪਣਾ ਹੋਸਟ ਦੀਪ। सब तो पहला दोस्तों मैं आप जी का बहुत बहुत धन्यवाद करदा कि आप जी ने मेरे वीडियोज़ ਅਤੇ मेरे चैनल ਨੂੰ बहुत ज़्यादा प्यार दिता और मैं आस करदा आप इसी तरह मेरी वीडियोज़ ਨੂੰ ਅਤੇ मेरे चैनल ਨੂੰ प्यार ਦਿੰਦੇ ਰਹੋਗੇ। ਉਸ ਦੇ ਨਾਲ ਨਾਲ ਦੋਸਤੋ मैं भी आप ਇੱਕ ਪ੍ਰੋਮਿਸ ਕਰਦਾ ਕਿ ਆਉਣ ਵਾਲੇ ਟਾਈਮ ਵਿੱਚ ਮੈਂ ਆਪ ਨੂੰ ਵਧੀਆ ਬਲੌਗਸ ਬਣਾ ਕੇ ਇੰਗਲਿਸ਼ ਜਾਂ ਅਲੱਗ-ਅਲੱਗ ਟੌਪਿਕ ਦੇ ਉੱਪਰ ਮੈਂ ਆਪ ਜੀ ਨੂੰ ਵੀਡੀਓ ਬਣਾ ਕੇ ਅਪਲੋਡ ਕਰਾਂਗਾ। ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਅੱਜ ਬਾਰੇ ਕਿਉਂਕਿ ਤੁਹਾਨੂੰ ਆਪ ਨੂੰ ਪਤਾ ਹੀ ਹੋਗਾ ਕਿ ਆਪਾਂ ਜਿਹੜਾ ਇਮੀਗ੍ਰੇਸ਼ਨ ਦੇ ਉੱਪਰ ਜਿਹੜਾ ਸੈਸ਼ਨ ਚਲਾ ਰਹੇ ਹਾਂ ਉਸ ਸੈਸ਼ਨ ਦੇ ਵਿੱਚ ਆਪ ਜੀ ਨੇ ਕਈ ਮੇਰੀਆਂ ਵੀਡੀਓ ਦੇਖੀ ਨਾ ਤਾਂ ਪਿਆਰ ਦਿੱਤਾ ਅਤੇ ਜਿਹੜੀ ਅੱਜ ਵਾਲੀ ਵੀਡੀਓ ਅੱਜ ਵੀ ਉਸ ਰਿਲੇਟਡ ਹੋਵੇਗੀ। ਤੇ ਅੱਜ ਆਪਾਂ ਗੱਲ ਕਰਾਂਗੇ ਨੈਨੀ ਕੋਰਸ ਬਾਰੇ। ਆਪ ਜੀ ਨੂੰ ਪਤਾ ਹੋਵੇਗਾ ਕਿ ਆਪਣੇ ਪੰਜਾਬ ਵਿੱਚ ਹੋਰ ਕਿ ਇੰਡੀਆ ਦੇ ਵਿੱਚ ਕਾਫੀ ਪਪੂਲਰ ਹੈਗਾ ਕਿ ਤੁਸੀਂ ਨੈਨੀ ਦਾ ਕੋਰਸ ਕਰਕੇ ਤੁਸੀਂ ਕਈ ਕੰਟਰੀਜ਼ ਵਿੱਚ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਤੇ ਉਹ ਵੀ ਵਧੀਆ ਹੈਗਾ ਕੁਝ ਇੰਪਲਾਇਰ ਲਈ। ਬਟ ਉਹਦੇ ਲਈ ਆਪਾਂ ਤੁਹਾਡੇ ਕੋਲ ਕੀ ਹੋਣਾ ਚਾਹੀਦਾ, ਕੀ ਜਾਣਕਾਰੀ ਹੋਣੀ ਚਾਹੀਦੀ ਆ, ਉਹ ਚੀਜ਼ ਆਪਾਂ ਅੱਗੇ ਵੀਡੀਓ ਵਿੱਚ ਡਿਸਕ੍ਰਾਈਬ ਕਰਾਂਗੇ। ਅਤੇ ਮੈਂ ਆਪ ਜੀ ਨੂੰ ਦੱਸ ਦਵਾਂ ਕਿ ਜਿਹੜੀ ਇਹ ਵੀਡੀਓ ਹੈਗੀ ਆ ਇਹ ਮੈਂ ਇੱਕ ਮੇਨ ਜਿਹੜੇ ਉਹਦੇ ਟੌਪਿਕ ਹੈਗੇ ਨੇ ਉਹ ਇਸ ਵੀਡੀਓ ਵਿੱਚ ਡਿਸਕ੍ਰਾਈਬ ਕਰ ਰਿਹਾ ਕਿਉਂਕਿ ਅਗਰ ਮੈਂ ਡੀਪਲੀ ਦੱਸਣ ਲੱਗਿਆ ਤਾਂ ਇਹ ਵੀਡੀਓ 30 ਤੋਂ 40 ਮਿੰਟ ਦੀ ਬਣ ਸਕਦੀ ਹੈ। ਉਹ ਚੀਜ਼ ਨੂੰ ਦੇਖਦੇ ਹੋਏ ਮੈਂ ਆਪ ਜੀ ਨੂੰ ਜੇ ਮੇਨ ਇਹਦੇ ਟੌਪਿਕ ਹੈਗੇ ਉਹ ਡਿਸਕ੍ਰਾਈਬ ਕਰਾਂਗਾ। अगर आप जी को कोई प्रॉपर जानकारी चाहिए हो तो आप मैंने मैसेज कर सकते हो तो मैं थोड़ा डीपली हर एक चीज़ बारे जानकारी दे सकदा। तो चलो दोस्तों मिलते हैं वीडियो के विच। सब तो पहला मैं तुहानूं दसदा 3-4 तरह के कोर्सेज ने जिहड़े अपने इंडिया दे विच काफ़ी ज़्यादा पॉपूलर हैगे ने। सब तो पहला हैगा होम नर्सिंग ट्रेनिंग एंड सर्टिफिकेट ये कोर्स हैगा। सैकेंड तो हैगा चाइल्ड केयर एंड ट्रेनिंग सर्टिफिकेट हैगा। थर्ड हैगा ओल्ड एज नर्सिंग ट्रेनिंग ਤੇ फोर्थ हैगा डिसेबल नर्सिंग ट्रेनिंग। ये 4 तरह के कोर्सेज ने ਜਿਹੜੇ ਆਪਣੇ ਇੰਡੀਆ ਦੇ ਵਿੱਚ ਕਰਾਏ ਜਾਂਦੇ ਨੇ। ਇਹਨਾਂ ਦੇ ਵਿੱਚ ਇਹ ਕੋਰਸਿਸ ਦੀ USA ਕੈਨੇਡਾ ਆਸਟ੍ਰੇਲੀਆ UK ਐਂਡ ਕਈ ਯੂਰਪ ਦੀ ਕੰਟਰੀਜ਼ ਵਿੱਚ ਵੀ ਇਹਨਾਂ ਕੋਰਸਾਂ ਦੀ ਕਾਫੀ ਇੰਪੋਰਟੈਂਸ ਹੈਗੀ ਹੈ। ਮੋਸਟਲੀ ਚਿਲਡਰਨ ਜਿਹੜੇ ਹੈਗੇ ਨੇ ਸਟੂਡੈਂਟ ਉਹ ਇਹੀ ਕੋਰਸ ਕਰਕੇ ਆਪਣੇ ਨੈਨੀ ਦਾ ਵਰਕ ਪਰਮਿਟ ਅਪਲਾਈ ਕਰ। ਤੁਹਾਨੂੰ ਦੱਸਣਾ ਚਾਹੁੰਦਾ ਇਸ ਦੇ ਵਿੱਚ ਹੁੰਦਾ ਕੀ ਹੈ। ਸਭ ਤੋਂ ਪਹਿਲਾਂ ਇਸ ਵਿੱਚ ਕੀ ਹੁੰਦੀ ਹੈ ਜਿਹੜੀ ਆਪਣੇ ਹਸਪੀਟਲ ਵਿਜ਼ਿਟ ਹੁੰਦਾ, ਲੈਬੋਰਟਰੀ ट्रेनिंग होंगी है तो ड्राइविंग जी ड्राइविंग का होंगी ट्रेनिंग होंगी है ड्राइविंग की। तो एक जी अंबैसी इंटरव्यू की ट्रेनिंग कराई जाती है। तो इस चीज़ा है जोड़िया अपने नैनी कोर्सिज कराई जाते। कोई थ्योरी होंगी है CD जिदा CD सैशन होंगे ने। कुछ इंस्टीट्यूट है अपने पंजाब के ला सकते हो, चंडीगढ़ भी ला सकते हो, ਜਿਹੜੇ ਨਾਲ ਸੈਮੀਨਾਰ ਵੀ ਅਟੈਂਡ ਕਰਦੇ ਨੇ। ਸੈਮੀਨਾਰ ਦੇ ਵਿੱਚ ਤੁਹਾਨੂੰ ਦੱਸਿਆ ਜਾਂਦਾ ਤੁਸੀਂ ਕਿੱਦਾਂ ਨੈਨੀ। ਤੇ ਇੱਕ ਮੈਂ ਸਭ ਤੋਂ ਵੱਡੀ ਗੱਲ ਦੱਸ ਦਵਾਂ ਨੈਨੀ ਬਾਹਰਲੀ ਕੰਟਰੀਆਂ ਨੇ ਜਿਹੜੀਆਂ ਫੋਰਨਰ ਉਹਨਾਂ ਵਿੱਚ 2 ਤਰ੍ਹਾਂ ਦੀ ਜਿਹੜਾ ਪਾਇਆ ਜਾਂਦਾ। ਜਿਹੜਾ ਨੈਨੀ ਕਹਿੰਦਾ ਆਪਾਂ ਕਹਿੰਦੇ ਚ ਕੇਅਰ ਗਿਵਰ ਹੁੰਦੇ ਨੇ। ਇੱਕ ਹੁੰਦਾ ਨੈਨੀ ਬੇਸ ਦੇ ਉੱਪਰ ਜਿਹੜੇ ਸਟੂਡੈਂਟ ਕੋਈ ਵਰਕਰ ਜਾਂਦੇ ਨੇ। ਸੈਕੰਡ ਹੁੰਦਾ ਜਿਹੜਾ ਬੇਬੀ ਸੈਟਰ ਦੇ ਜਾਂਦੇ ਨੇ। ਜਿਹੜਾ ਬੇਬੀ ਸੈਟਰ ਹੁੰਦਾ ਉਹ ਕੀ ਹੁੰਦਾ ਉਹ ਕਿੱਦਾਂ ਕੁਛ ਟਾਈਮ ਲਈ ਜਿੱਦਾਂ ਉਧਰਲੇ ਲੋਕ ਨੇ ਆਪਣੀ ਬਿਜ਼ੀ ਰਹਿੰਦੇ ਨੇ ਉਹ ਕੁਛ ਟਾਈਮ ਲਈ 2 ਘੰਟੇ 4 ਘੰਟੇ ਉਹਨਾਂ ਅਕੋਰਡਿੰਗ ਟੂ ਉਹਨਾਂ ਦੀ ਜਿਹੜੀ ਡੇਲੀ ਰੂਟੀਨ ਹੈ ਉਹ ਆਪਣੇ ਬੱਚੇ ਨੂੰ ਬੇਬੀ ਸੈਟਰ ਦੇ ਦਿੰਦੇ ਨੇ ਆਪਾਂ ਨੂੰ ਕੁਛ ਘੰਟੇ ਲਈ। ਜਿਹੜਾ ਨੈਨੀ ਬੇਸ ਤੇ ਜਾਂਦਾ ਇਹ ਪਾਰਟੀਕੂਲਰ ਸਟੂਡੈਂਟ ਉਹ ਐਮਪਲਾਇਰ ਹੁੰਦਾ ਜਿਹੜਾ ਪਰਮਾਨੈਂਟਲੀ ਜੌਬ ਕਰਦਾ जिसने हर एक चीज़ बच्चे लिए हर एक चीज़ उसने करनी है। उसके लाइक आउटडोर एक्टिविटीज़ होगी, उसकी डाइट होगी, न्यूट्रिएंट डाइट होगी, उसकी एक्सरसाइज होगी, योगा हो गया ਜਾਂ ਉਸਨੂੰ ਉਹਦੇ ਕੱਪੜੇ ਵਾਸ਼ਿੰਗ ਹੋ ਗਈ ਜਾਂ ਉਸਨੂੰ ਨਹਾਉਣਾ ਧੋਣਾ ਹੋ ਗਿਆ ਜਾਂ ਜੋ ਵੀ ਬੱਚੇ ਨਾਲ ਪਲੇਇੰਗ ਹੋ ਗਈ ਜਾਂ ਜੋ ਵੀ ਉਹਦੇ ਮਾਈਂਡ ਬਿਲਡ ਕਰਨਾ ਉਹ ਚੀਜ਼ ਦੇ ਰਿਲੇਟਡ ਸਾਰੀਆਂ ਚੀਜ਼ਾਂ ਕਿਹੜੀਆਂ ਹੈਗੀਆਂ ਨੇ ਇਹਦੇ ਵਿੱਚ ਇਨਕਲੂਡ ਹੁੰਦੀਆਂ ਨੇ। ਜਿਹੜਾ ਨੈਨੀ ਬੇਸ ਤੇ ਜਾਂਦਾ ਉਹਨੂੰ ਇਹ ਚੀਜ਼ਾਂ ਹੋਣੀਆਂ ਜ਼ਰੂਰੀ ਨੇ। ਸਭ ਤੋਂ ਪਹਿਲੀ ਚੀਜ਼ ਹੈਗੀ ਆ। ਤੇ ਦੋਸਤੋ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਵੀ ਬੱਚੇ ਨੈਨੀ ਕਰਕੇ ਆਪਣੇ ਬਾਹਰ ਵਰਕ ਪਰਮਿਟ ਲਈ ਅਪਲਾਈ ਕਰਦੇ ਨੇ ਉਹਨਾਂ ਵਿੱਚ 3 ਜਿਹੜੀਆਂ ਕੁਆਲਿਟੀਜ਼ ਹੈਗੀਆਂ ਨੇ ਉਹ ਹੋਣੀਆਂ ਜ਼ਰੂਰ ਜ਼ਿਆਦਾ ਇੰਪੋਰਟੈਂਟ ਨੇ। ਸਭ ਤੋਂ ਪਹਿਲਾਂ ਪੇਸ਼ੈਂਸ, ਉਹਦੇ ਵਿੱਚ ਪੇਸ਼ੈਂਸ ਹੋਣੀ ਚਾਹੀਦੀ। ਦੇਖੋ ਜਿੱਦਾਂ ਉਧਰ ਕਿਸੇ ਬੱਚੇ ਦੀ ਕੇਅਰ ਲਈ ਜਾ ਰਹੇ ਨੇ ਜਾਂ ਓਲਡ ਏਜ ਦੀ ਜਾਂ ਡਿਸੇਬਲ ਦੀ ਕੇਅਰ ਲਈ ਜਾ ਰਹੇ ਨੇ ਕਿਉਂਕਿ ਦੇਖੋ ਹਰ ਇੱਕ ਜੋ ਕੋਈ ਪੇਸ਼ੈਂਟ ਹੁੰਦਾ ਨਾ ਉਹਦੇ ਤੁਹਾਨੂੰ ਪਤਾ ਪ੍ਰੋਬਲਮ ਹੁੰਦੀ ਆ। ਕਈ ਵਾਰ ਇਦਾਂ ਦਾ ਬੰਦਾ ਇਰੀਟੇਟ ਹੋ ਜਾਂਦਾ ਕਿ ਉਸਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ। ਇਸ ਲਈ ਪੇਸ਼ੈਂਸ ਹੋਣਾ ਸਭ ਤੋਂ ਵੱਡੀ ਇੰਪੋਰਟੈਂਸ ਹੈਗੀ ਆ। ਸੈਕਿੰਡ ਤੇ ਮੈਂ ਤੁਹਾਨੂੰ ਦੱਸਦਾ ਵਾਂ ਕਮਿਊਨੀਕੇਸ਼ਨ।
ਸਭ ਤੋਂ ਵੱਡੀ ਚੀਜ਼ ਹੈ ਕਿ ਕਮਿਊਨੀਕੇਸ਼ਨ, ਕਿਉਂਕਿ ਕਮਿਊਨੀਕੇਸ਼ਨ ਹੋਣੀ ਹਰ ਇੱਕ ਬੰਦੇ ਲਈ ਕਮਿਊਨੀਕੇਸ਼ਨ ਜ਼ਰੂਰੀ ਹੈ। ਕਿਉਂਕਿ ਜਿੰਨਾ ਟਾਈਮ ਕਿਸੇ ਪੇਸ਼ੈਂਟ ਜਾਂ ਕਿਸੇ ਬੱਚੇ ਦਾ ਜਾਂ ਜੋ ਵੀ ਉਧਰ 올ਡ ਏਜ ਹੈਗਾ ਜਾਂ ਡਿਸੇਬਲ ਹੈਗਾ, ਜਿੰਨਾ ਟਾਈਮ ਆਪਾਂ ਉਸ ਨਾਲ ਗੁੱਡ ਕਮਿਊਨੀਕੇਸ਼ਨ ਨਹੀਂ ਕਰ ਸਕਦੇ ਤਾਂ ਆਪਾਂ ਉਹਦੀਆਂ ਨੀਡਸ ਨਹੀਂ ਪੂਰੀਆਂ ਕਰ ਸਕਦੇ, ਕਿਉਂਕਿ ਇਹ ਚੀਜ਼ ਨੂੰ ਦੇਖਦੇ ਹੋਏ ਕਾਫੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ। ਥਰਡ ਨੰਬਰ ਤੇ ਹੈਗਾ ਦੋਸਤੋ ਹਾਊਸ ਹੋਲਡ ਡਿਊਟੀ, ਕਿਉਂਕਿ ਮੇਨ ਬੰਦਾ ਹਾਊਸ ਹੋਲਡ ਡਿਊਟੀ ਦਾ ਪੰਚੁਅਲ ਹੋਣਾ ਚਾਹੀਦਾ ਬਿਲਕੁਲ ਟਾਈਮ, ਕਿਉਂਕਿ ਉਹਦੀਆਂ ਜਿਹੜੀਆਂ ਘਰ ਦੀਆਂ ਡਿਊਟੀਜ਼ ਨੇ ਉਹਦੇ ਉੱਤੇ ਹੋਣਗੀਆਂ ਉਹ ਬਿਲਕੁਲ ਹੋਣੀਆਂ ਜ਼ਰੂਰੀ ਨੇ, ਤੇ ਉਹਨਾਂ ਦੇ ਨਾਲ ਹੀ ਬੰਦਾ ਪ੍ਰੋਪਰ ਜਿਹੜੀ ਗਾਈਡ ਕਰ ਦਿੰਦਾ। ਇਹ ਚੀਜ਼ ਨਹੀਂ ਹੁੰਦੀ ਹੈਗੀ ਵੀ ਜਿਹੜੀ ਡਿਊਟੀ ਨੈਣੀ ਦੇ ਉਹਦਾ EMPLOYER ਨੂੰ ਲਾਈ ਜਾਂਦੀ ਆ ਉਹ ਡਿਊਟੀ ਪੂਰੀਆਂ ਉਹਨਾਂ ਪਰ ਪੂਰੀਆਂ ਉਤਰਨਾ ਪੈਂਦਾ ਹੈਗਾ। ਤੇ ਉਸ ਤੋਂ ਬਾਅਦ ਦੋਸਤੋ ਮੈਂ ਤੁਹਾਨੂੰ ਦੱਸ ਦੇਵਾਂ ਤੇ ਇੱਕ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਹੈਗੀ ਆ, ਕਿਉਂਕਿ ਇਸ ਲਈ ਆਈਲੈਟਸ ਕਰਨਾ ਜ਼ਰੂਰੀ ਆ, ਭਾਵੇਂ 5.5 ਬੈਂਡ ਹੋਣ ਜਨਰਲ ਆਈਲੈਟਸ ਵਿੱਚੋਂ, ਬਟ ਆਈਲੈਟਸ ਕਰਨਾ ਬਹੁਤ ਇੰਪੋਰਟੈਂਟ ਹੈਗਾ, ਕਿਉਂਕਿ ਆਈਲੈਟਸ ਤੋਂ ਬਿਨਾਂ ਨੈਣੀ ਦੇ ਬੇਸ ਉੱਪਰ ਕੋਈ ਵੀ ਵਰਕ ਪਰਮਿਟ ਨਹੀਂ ਲੱਗਦਾ। ਇਹਨਾਂ ਦੀ ਮੇਨ ਕਨੀ ਹੁੰਦੀ ਆ ਵੀ ਹਾਂ ਅਗਰ ਤੁਸੀਂ ਇੱਥੇ ਕਿਸੇ ਲਈ ਕੇਅਰ ਲਈ ਆ ਰਹੇ ਹੋ ਤਾਂ ਤੁਸੀਂ ਸਾਨੂੰ ਇਹ ਦੱਸੋ ਵੀ ਤੁਸੀਂ ਕਿੱਦਾਂ ਉਹਦੇ ਨਾਲ ਕਮਿਊਨੀਕੇਟ ਕਰੋਗੇ, ਕਿੱਦਾਂ ਉਹਦੀ ਕੋਈ ਪ੍ਰੋਬਲਮ ਸਮਝੋਗੇ, ਕਿੱਦਾਂ ਤੁਸੀਂ ਉਸ ਨੂੰ ਆਪਣੀ ਸਰਵਿਸ ਦਿਓਗੇ। ਇਹ ਚੀਜ਼ ਨੂੰ ਦੇਖਦੇ ਹੋਏ ਆਈਲੈਟਸ ਨੂੰ ਇਸ ਵਿੱਚ ਮੇਨ ਮੰਨਿਆ ਜਾਂਦਾ ਹੈਗਾ, ਆਈਲੈਟਸ ਕਰਨਾ ਇਸ ਵਿੱਚ। ਇਸ ਤੋਂ ਬਾਅਦ ਦੋਸਤੋ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਜ਼ਿਆਦਾ ਹੈਗੀ ਆ ਇਹਦੇ ਵਿੱਚ ਬੰਦੇ ਨੂੰ ਕੁਕਿੰਗ ਆਉਣੀ ਚਾਹੀਦੀ ਆ। ਕੁਕਿੰਗ ਦੇ ਨਾਲ ਨਾਲ ਉਹਨੂੰ ਜਿਹੜੀ ਬੱਚੇ ਨੂੰ ਕੋਈ ਫੀਡਿੰਗ ਦੇਣੀ ਆ ਜਾਂ ਕਿਸੇ 올ਡ ਏਜ ਨੂੰ ਦੇਣੀ ਆ ਜਾਂ ਕਿਸੇ ਜਿਹੜਾ ਡਿਸੇਬਲ ਹੈਗਾ ਉਸ ਦੀ ਫੀਡਿੰਗ ਬਾਰੇ, ਨਿਊਟ੍ਰੀਸ਼ਨ ਬਾਰੇ, ਜੋ ਇਹਦੀ ਡਾਈਟ ਦੇਣੀ ਆ ਉਹਦੇ ਬਾਰੇ ਪਤਾ ਹੋਣਾ ਚਾਹੀਦਾ, ਐਕਸਰਸਾਈਜ਼ ਬਾਰੇ ਪਤਾ ਹੋਣਾ ਚਾਹੀਦਾ, ਜੋ ਇਹਦੀ ਆਪਾਂ ਐਕਟੀਵਿਟੀਜ਼ ਕਰਾਉਣੀਆਂ ਨੇ ਜਾਂ ਕੋਈ ਐਕਸਰਸਾਈਜ਼ ਕਰਾਉਣੀ ਆ ਉਹਨਾਂ ਬਾਰੇ ਮੰਨ ਲਓ ਇੱਕ ਪ੍ਰੋਪਰ ਹਰੇਕ ਚੀਜ਼ ਬਾਰੇ ਨੌਲੇਜ ਹੋਣੀ ਚਾਹੀਦੀ ਹੈ। ਨਰਸਿੰਗ ਜਿਹੜੀ ਹੈਗੀ, ਨਰਸਿੰਗ ਆਪਾਂ ਜਿਹਦੇ ਉੱਪਰ ਲਾਉਂਦੇ ਹੈਗੇ, ਨਰਸਿੰਗ ਜ਼ਿਆਦਾਤਰ ਜਿਹੜੇ BSc ਨਰਸਿੰਗ ਸਟੂਡੈਂਟ ਹੈਗੇ ਨੇ ਉਹਨਾਂ ਲਈ ਇਹ ਬਹੁਤ ਇੰਪੋਰਟੈਂਟ, ਬਹੁਤ ਵਧੀਆ ਵੇ ਹੈਗਾ ਬਾਹਰ ਜਾਣ ਦਾ, ਕਿਉਂਕਿ ਤੁਹਾਨੂੰ ਨਰਸਿੰਗ ਦੀ ਨੌਲੇਜ ਹੋਣਾ ਵੀ ਬਹੁਤ ਜ਼ਰੂਰੀ ਹੈਗੀ। ਅਗਰ ਤੁਹਾਡੇ ਲਵੇ ਨਰਸਿੰਗ ਦੀ ਨੌਲੇਜ ਹੈ ਤਾਂ ਤੁਸੀਂ ਉਸ ਨੂੰ ਅੱਗੇ ਜਿੱਦਾਂ ਕੋਈ 올ਡ ਏਜ ਹੈਗੇ ਨੇ ਜਾਂ ਡਿਸੇਬਲ ਹੈਗੇ ਨੇ ਚਿਲਡਰਨ ਵੀ ਲਾ ਸਕਦੇ ਹੋ, ਕਿਉਂਕਿ ਤੁਹਾਨੂੰ ਪਤਾ ਹੋਏਗਾ ਕਿਉਂਕਿ ਮੈਡੀਸਨ ਛੋਟੇ ਬੱਚੇ ਦੀ ਵੀ ਜਾਂ 올ਡ ਏਜ ਦੀ ਮੈਡੀਸਨ ਘੰਟੇ ਹਰ ਇੱਕ ਦੀ ਚੱਲਦੀ ਹੁੰਦੀ ਹੈ, ਤਾਂ ਤੁਸੀਂ ਉਸ ਨੂੰ ਪ੍ਰੋਪਰ ਟਾਈਮ ਤੇ ਪ੍ਰੋਪਰ ਵੇ ਦੇ ਨਾਲ ਉਹਨਾਂ ਨੂੰ ਮੈਡੀਸਨ ਦੇ ਸਕੋ। ਇਸ ਲਈ ਤੁਹਾਨੂੰ ਨਰਸਿੰਗ ਹੋਣਾ ਬਹੁਤ ਜ਼ਰੂਰੀ ਹੈ ਜਾਂ ਤੁਹਾਨੂੰ ਮੈਡੀਕਲ ਦੀ ਨੌਲੇਜ ਹੋਣੀ ਚਾਹੀਦੀ ਆ। ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਅੱਗੇ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹੋ। ਜਿਹੜੀਆਂ ਇਹ ਮੇਨ ਮੈਂ ਦੱਸਿਆ, ਦੇਖੋ ਮੈਂ ਇੱਕ ਤੁਹਾਨੂੰ ਮੇਨ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿਣਾ, ਦੇਖੋ ਜੇ ਇੱਕ ਵੀਡੀਓ ਨੂੰ ਪੂਰਾ ਡੀਪਲੀ ਹਰ ਇੱਕ ਚੀਜ਼ ਬਾਰੇ ਦੱਸਣ ਲੱਗ ਜਾਈਏ ਤਾਂ ਵੀਡੀਓ ਘੱਟ ਤੋਂ ਘੱਟ 30 ਤੋਂ 40 ਮਿੰਟ ਤੱਕ ਦੀ ਬਣ ਜਾਏਗੀ, ਬਟ ਮੈਂ ਤੁਹਾਨੂੰ ਕੱਟ ਆਫ ਕਰਕੇ ਮੈਂ ਵੀ ਪਾਰਟਸ ਵਿੱਚ ਵੀਡੀਓ ਤਿਆਰ ਕਰਦਾ, ਕਿਉਂਕਿ ਕੱਟ ਆਫ ਕਰਕੇ ਇੱਕ ਮੇਨ ਬਣਾ ਕੇ ਦੱਸ ਰਿਹਾ ਵੀ ਇਹ ਚੀਜ਼ਾਂ ਜਿਹਦੇ ਨਾਲ ਤੁਹਾਨੂੰ ਗਾਈਡੈਂਸ ਮਿਲ ਜੇ ਤੇ ਉਸ ਤੋਂ ਬਾਅਦ ਤੁਸੀਂ ਅੱਗੇ ਜਾ ਕੇ ਆਪਣੇ ਆਪ ਇੰਟਰਨੈਟ ਦੇ ਉੱਪਰੋਂ ਜਾਂ ਕਿੱਦਾਂ ਵੀ ਕਿਸੇ ਵੀ ਚੀਜ਼ ਤੋਂ ਤੁਸੀਂ ਕਿਸੇ ਬੁੱਕ ਤੋਂ ਜਾਂ ਇੰਟਰਨੈਟ ਤੋਂ ਉਹ ਚੀਜ਼ ਬਾਰੇ ਸਟੱਡੀ ਕਰਕੇ ਅੱਗੇ ਜਾ ਸਕੋ। ਮੈਂ ਤੁਹਾਨੂੰ ਕਹਿੰਦਾ ਹਿੰਟ ਦੇ ਰਿਹਾ, ਆਹ ਚੀਜ਼ਾਂ ਜ਼ਰੂਰੀ ਨੇ, ਉਸ ਤੋਂ ਬਾਅਦ ਤੁਸੀਂ ਅੱਗੇ ਕਰ ਰਹੇ ਹੋ। ਤੇ ਹੁਣ ਦੋਸਤੋ ਦੇਖੋ ਇਹ ਚੀਜ਼ ਹੈ ਕਿ ਮੇਨ ਜ਼ਰੂਰੀ ਜਿਸ ਦੀ ਮੈਂ ਤੁਹਾਨੂੰ ਦੱਸਾਂ, ਫੀਸ ਬਾਰੇ ਮੈਂ ਦੇਖੋ ਪਾਰਟੀਕੂਲਰ ਨਹੀਂ ਕਹਿ ਸਕਦਾ, ਕਿਉਂਕਿ ਇਹ ਫੀਸ ਹਰੇਕ ਇੰਸਟੀਚਿਊਟ ਦੀ ਅਲੱਗ-ਅਲੱਗ ਹੈਗੀ ਆ। ਜਿੱਦਾਂ ਕੋਈ ਨਿਊ ਇੰਸਟੀਚਿਊਟ ਹੈਗਾ ਉਹਨਾਂ ਦੀ ਫੀਸ ਘੱਟ ਵੀ ਹੁੰਦੀ ਆ, ਕਈ ਵਾਰ ਅਲੱਗ-ਅਲੱਗ ਫੀਸ ਹੁੰਦੀ ਹੈਗੀ ਆ। ਇਹ ਤੁਸੀਂ ਅਕੋਰਡਿੰਗ ਟੂ ਤੁਹਾਡੀ ਸਿਟੀ, ਅਕੋਰਡਿੰਗ ਟੂ ਇੰਸਟੀਚਿਊਟ ਦੀ ਜਿਹੜੀ ਆਪਣੀ ਗੁੱਡਵਿਲਨੈਸ ਹੈਗੀ ਆ ਉਹਦੇ ਅਕੋਰਡਿੰਗ ਉਹਦੀ ਫੀਸ ਹੈਗੀ ਆ। ਤੇ ਤੁਸੀਂ ਆਪਣੀ ਫੀਸ ਆਪਣੇ ਇੰਸਟੀਚਿਊਟ ਤੋਂ ਪਤਾ ਕਰ ਸਕਦੇ ਹੋ ਜਾਂ ਤੁਸੀਂ ਨੈਟ ਦੇ ਉੱਪਰੋਂ ਤੁਸੀਂ ਜਦੋਂ ਵੀ ਸਰਚ ਕਰੋਗੇ ਤਾਂ ਉਹਦੇ ਉੱਪਰ ਤੁਹਾਨੂੰ ਫੀਸਿਸ ਲਿਖੀਆਂ ਹੋਣਗੀਆਂ, ਤਾਂ ਉਸਦੇ ਅਕੋਰਡਿੰਗ ਤੁਹਾਨੂੰ ਫੀਸ ਪੇ ਕਰਨੀ ਪਏਗੀ। ਦੋਸਤੋ ਹੁਣ ਆਪਾਂ ਇਸ ਜਿਹੜਾ ਨੈਣੀ ਦੇ ਬੇਸ ਉੱਪਰ ਜੇ ਆਪਾਂ ਮੰਨ ਲਓ ਫੋਰ ਐਗਜ਼ਾਮਪਲ ਮੈਂ ਕੋਈ ਵੀ ਤੁਸੀਂ ਹੋਏ ਮੈਂ ਹੋਇਆ, ਆਪਾਂ ਨੈਣੀ ਦੇ ਬੇਸ ਆਪਣਾ ਪ੍ਰੋਸੈਸ ਸਟਾਰਟ ਕਰਨਾ। ਸਭ ਤੋਂ ਪਹਿਲਾਂ ਕੀ ਹੁੰਦਾ ਮੈਂ ਤੁਹਾਨੂੰ ਦੱਸਦਾ ਕਿੱਦਾਂ ਨਰਸਿੰਗ ਆਪਾਂ ਨੂੰ ਹੋਣਾ ਉਹ ਹੈਗਾ ਜ਼ਰੂਰੀ ਹੈ, ਕਿਉਂਕਿ ਉਹ ਚੀਜ਼ ਦੀ ਉਸ ਤੋਂ ਬਾਅਦ ਆਪਾਂ ਚੂਜ਼ ਕਰਦੇ ਹਾਂ ਵੀ ਆਪਾਂ ਕਿਹੜਾ ਕੋਰਸ ਕਰਨਾ, ਕਿਉਂਕਿ ਜਿਹੜਾ ਜਿੱਦਾਂ ਚਾਈਲਡ ਕੇਅਰ ਟ੍ਰੇਨਿੰਗ ਹੈਗੀ ਆ ਉਹ ਕੀ ਹੈਗਾ ਇਕੱਲਾ ਬੱਚਿਆਂ ਲਈ ਹੈਗਾ, 올ਡ ਏਜ ਟ੍ਰੇਨਿੰਗ ਹੈਗੀ, ਹੋਮ ਟ੍ਰੇਨਿੰਗ ਐਂਡ ਸਰਟੀਫਿਕੇਟ ਕੋਰਸ ਹੈਗਾ, ਉਹ ਅਲੱਗ-ਅਲੱਗ ਜਿਹੜੇ ਤੋਂ ਕਰਦੇ ਆ। ਜਿਹੜਾ ਆਪਾਂ ਕਰਾਂਗੇ ਉਸ ਬੇਸ ਉੱਪਰ ਆਪਾਂ ਆਪਣੀ ਉਧਰੋਂ ਸਪਾਂਸਰ ਮੰਗਾਵਾਂਗੇ, ਤੇ ਸਭ ਤੋਂ ਪਹਿਲਾਂ ਆਪਾਂ ਉਹ ਕਰਾਂਗੇ ਤੇ ਨਾਲ ਆਪਣਾ ਆਈਲੈਟਸ ਹੋਏਗਾ, ਆਈਲੈਟਸ ਆਪਾਂ ਕਰਾਂਗੇ। ਆਈਲੈਟਸ ਆਪਣਾ ਕੰਪਲੀਟ ਮੰਨ ਲਓ ਘੱਟੋ ਘੱਟ 5 ਬੈਂਡ ਜਾਂ 6 ਬੈਂਡ ਤਾਂ ਮੋਸਟਲੀ ਚਾਹੀਦੇ ਹੈਗੇ, ਤੇ ਉਸ ਤੋਂ ਬਾਅਦ ਆਪਾਂ ਆਪਣਾ ਜਿਹੜੀ ਨੈਣੀ ਹੈਗੀ ਉਹ ਵੀ ਕੰਪਲੀਟ ਹੋ ਜਾਏਗੀ, ਤੇ ਉਸ ਤੋਂ ਬਾਅਦ ਆਪਣਾ ਜਿਹੜਾ ਆਈਲੈਟਸ ਹੋਏਗਾ ਉਹ ਵੀ ਆਪਾਂ ਜੋ ਆਪਣੀ ਰਿਕੁਆਇਰਮੈਂਟ ਹੋਏਗੀ ਉਹ ਪੂਰੀ ਹੋ ਜਾਏਗੀ। ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਦੋਸਤੋ, ਆਪਾਂ ਇੱਕ ਵਾਰ ਕਿਸੇ ਕੈਨੇਡਾ ਜਾਣਾ ਜਾਂ ਕੈਨੇਡਾ ਦੀ ਕੰਟਰੀ ਦੇ ਵਿੱਚੋਂ ਆਪਾਂ ਕੋਈ ਸਪਾਂਸਰ ਮੰਗਾਵਾਂਗੇ। ਉੱਥੋਂ ਸਪਾਂਸਰ ਜਿੱਦਾਂ ਮੈਂ ਤੁਹਾਨੂੰ ਵਰਕ ਪਰਮਿਟ ਵਿੱਚ ਦੱਸਿਆ ਉਹ ਸਪਾਂਸਰ ਹੋਣੀ ਚਾਹੀਦੀ ਹੈ। ਸਪਾਂਸਰ ਬੰਦੇ ਦੀ ਮੇਨ ਰਿਕੁਆਇਰਮੈਂਟ ਵੀ ਮੰਨ ਲਓ ਫੋਰ ਐਗਜ਼ਾਮਪਲ ਤੁਸੀਂ ਆਪਣੇ ਬੱਚੇ ਲਈ ਮੰਗਾ ਰਹੇ ਹੋ ਜਾਂ ਆਪਣੇ ਕਿਸੇ 올ਡ ਏਜ ਲਈ ਬੁਲਾ ਰਹੇ ਹੋ ਜਾਂ ਤੁਹਾਡੇ ਡਿਸੇਬਲ ਹੈਗਾ ਉਹਦੇ ਲਈ ਬੁਲਾ ਰਹੇ ਹੋ, ਤਾਂ ਉਹਨਾਂ ਦੀਆਂ ਜੋ ਰਿਕੁਆਇਰਮੈਂਟ ਤੁਹਾਨੂੰ ਜੋ ਰਿਕੁਆਇਰਮੈਂਟ ਹੈਗੀ ਤੁਹਾਡੀ ਉਹਦੇ ਅਕੋਰਡਿੰਗ ਤੁਸੀਂ ਆਪਣੇ ਜਿਹੜਾ ਤੁਹਾਡੇ ਅਕੋਰਡਿੰਗ ਸੂਟੇਬਲ ਹੈਗਾ ਤੁਹਾਡੀ ਫੈਮਿਲੀ ਦੇ ਜਿਹੜੇ ਬੰਦੇ ਦੀ ਕੇਅਰ ਕਰਨੀ ਹੈ, ਤੁਸੀਂ ਉਹ ਬੰਦੇ ਨੂੰ ਇੰਡੀਆ ਤੋਂ ਬੁਲਾ ਸਕਦੇ ਹੋ। ਤੁਸੀਂ ਉਧਰੋਂ 2 ਸਪਾਂਸਰ ਭੇਜੋਗੇ, ਜਿਹੜੀ ਸਪਾਂਸਰ ਹੁੰਦੀ ਆ ਉਹਦੇ ਵਿੱਚ ਉਦਾਂ ਹੀ ਹੈਗਾ ਜਿਹੜਾ ਮੈਂ ਵਰਕ ਪਰਮਿਟ ਦੇ ਵਿੱਚ ਦੱਸੀ ਹੈਗੀ ਆ,
ਉਹਦੇ ਵਿੱਚ ਤੁਹਾਨੂੰ ਆਪਣੀ ਬੈਂਕ ਸਟੇਟਮੈਂਟ, ਤੁਹਾਡਾ ਬਿਜ਼ਨਸ, ਤੁਹਾਡਾ ਟੈਕਸ, ਤੁਹਾਡਾ ਜੋ ਵੀ ਜਿੱਥੇ ਰਹਿੰਦੇ, ਕਿਹੜੇ ਵੀਜ਼ੇ ਤੇ ਹੈਗੇ, ਤੁਹਾਡੇ ਬੱਚੇ ਦੀ ਕੀ ਜਿੱਦਾਂ ਪ੍ਰੋਪਰ ਐਸਓਪੀ ਬਣਦੀ ਹੈਗੀ ਆ ਵੀ ਤੁਸੀਂ ਕਿਉਂ ਬਣਾਉਣਾ ਚਾਹੁੰਦੇ ਹੋ, ਕਿਉਂ ਤੁਸੀਂ ਕੀ ਪ੍ਰੋਬਲਮ ਆ, ਤੁਸੀਂ ਕਿਉਂ ਨਹੀਂ ਸਾਂਭ ਸਕਦੇ, ਤੁਹਾਨੂੰ ਕਿਉਂ ਹੋਰ ਬੰਦਾ ਚਾਹੀਦਾ, ਇਹ ਸਾਰੀਆਂ ਚੀਜ਼ਾਂ ਦੇਖ ਕੇ ਉਧਰੋਂ ਸਪਾਂਸਰ ਕੀਤੀ ਜਾਂਦੀ ਹੈ। ਸਪਾਂਸਰ ਦੇ ਉੱਪਰ ਜਦੋਂ ਤੁਹਾਨੂੰ ਉਧਰ ਸਪਾਂਸਰ ਆਉਂਦੀ ਹੈ ਤਾਂ ਉਸ ਦੇ ਲਈ ਵੀ ਕੁਝ ਇਧਰ ਐਮਬੈਸੀ ਦੀਆਂ ਜੋ ਰਿਕੁਆਇਰਮੈਂਟਸ ਹੈਗੀਆਂ ਨੇ ਉਹ ਰਿਕੁਆਇਰਮੈਂਟ ਫਿਲ ਕਰਨੀਆਂ ਹੋਣਗੀਆਂ। ਉਹਦੇ ਵਿੱਚ ਜਿੱਦਾਂ ਨੈਨੀ ਕੋਰਸ ਹੋਣਾ, ਆਈਲੈਟਸ ਹੋਣਾ, ਜਾਂ ਤੁਹਾਡਾ ਇਧਰ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੋਵੇ, ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਵੀ ਜ਼ਰੂਰੀ ਹੈ। ਤੁਹਾਡੇ ਕੋਲ ਇਧਰ ਐਕਸਪੀਰੀਅੰਸ ਹੋਵੇ, ਐਕਸਪੀਰੀਅੰਸ ਹੋ ਗਿਆ ਤੇ ਤੁਸੀਂ ਕਿਉਂ ਹੀ ਉੱਥੇ ਜਾ ਰਹੇ ਹੋ, ਇਹ ਸਾਰੇ ਜਿੱਦਾਂ ਤੁਹਾਨੂੰ ਪਤਾ ਹਰ ਇੱਕ ਕੰਟਰੀ ਲਈ ਕੋਈ ਇੱਕ ਮੇਨ ਤਰੀਕਾ ਬਣਾਇਆ ਜਾਂਦਾ ਵੀ ਕਿਉਂ ਤੁਸੀਂ ਇਹ ਚੀਜ਼ ਯੂਜ਼ ਕਰ ਰਹੇ ਹੋ। ਉਸ ਲਈ ਤੁਹਾਨੂੰ ਪੂਰਾ ਐਸਓਪੀ ਤਿਆਰ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਜਿਹੜੀ ਇਹਦੀ ਫੀਸ ਹੈਗੀ, ਆਪਾਂ ਫੀਸ ਪੇ ਕਰਦੇ ਹਾਂ। ਜਦੋਂ ਆਪਣੇ ਦੋਨਾਂ ਦੀ ਰਿਕੁਆਇਰਮੈਂਟ ਮੈਚ ਹੋ ਜਾਂਦੀਆਂ ਨੇ ਤਾਂ ਆਪਾਂ ਫੀਸ ਪੇ ਕਰਦੇ ਹਾਂ। ਤਾਂ ਉਸ ਤੋਂ ਬਾਅਦ ਆਪਾਂ ਐਮਬੈਸੀ ਫਾਈਲ ਲਾਉਂਦੇ ਹਾਂ। ਐਮਬੈਸੀ ਵੀਜ਼ਾ ਮਿਨਿਸਟਰੀ ਇਹ ਚੀਜ਼ ਦੇਖਦਾ ਵੀ ਬਾਕੀ ਜੋ ਬੁਲਾ ਰਹੇ ਨੇ ਉਹਨਾਂ ਦੀ ਰਿਕੁਆਇਰਮੈਂਟ ਜ਼ਰੂਰੀ ਹੈਗੀ ਆ ਬੁਲਾਉਣਾ। ਤੇ ਉਸ ਤੋਂ ਬਾਅਦ ਜਿਹੜਾ ਬੰਦਾ ਜਾ ਰਿਹਾ ਵੀ ਹਾਂ ਇਹ ਅਕੋਰਡਿੰਗ ਟੂ ਜੋ ਬੰਦਾ ਉਹ ਬੁਲਾ ਰਹੇ ਨੇ ਉਹਨਾਂ ਦੇ ਸੂਟੇਬਲ ਆ। ਇੱਥੇ ਦੇ ਦੋਸਤੋ ਇੱਕ ਉਹੀ ਫੇਰ ਗੱਲ ਆ ਜਾਂਦੀ ਹੈ ਜਿੱਦਾਂ ਮੈਂ ਵਰਕ ਪਰਮਿਟ ਦੱਸਿਆ, ਵੀਜ਼ਾ ਮਿਨਿਸਟਰ ਬਹੁਤ ਚੀਜ਼ਾਂ ਦੇਖਦਾ ਵੀ ਇਹਨਾਂ ਨੇ ਕਿਉਂ ਇਹੀ ਬੰਦਾ ਬੁਲਾਇਆ, ਕਿਉਂਕਿ ਕੈਨੇਡਾ ਦੇ ਵਿੱਚ ਵੀ ਨੈਨੀ ਦੇ ਵਿੱਚ ਬੰਦੇ ਮਿਲ ਸਕਦੇ ਨੇ। ਉਹ ਵਰਕ ਪਰਮਿਟ ਵਾਲਾ ਪ੍ਰੋਸੈਸ ਸੇਮ ਹੋ ਜਾਂਦਾ। ਦੋਸਤੋ ਹੁਣ ਚਲੋ ਵੀਡੀਓ ਆਪਾਂ ਐਂਡ ਕਰਦੇ ਹਾਂ, ਬਹੁਤ ਲੰਬੀ ਹੋ ਗਈ। ਮੈਂ ਤੁਹਾਨੂੰ ਇੱਕ ਵਾਰ ਫਿਰ ਦੱਸ ਦੇਵਾਂ ਕਿ ਮੈਂ ਤੁਹਾਨੂੰ ਇਹ ਮੇਨ ਦੱਸਿਆ ਹੈਗਾ। ਅਗਰ ਤੁਸੀਂ ਡੀਪਲੀ ਕੋਈ ਦੱਸਣਾ ਤਾਂ ਮੈਨੂੰ ਪਲੀਜ਼ ਮੈਸੇਜ ਕਰਨਾ। ਮੈਂ ਜਿਹੜੀ ਚੀਜ਼ ਬਾਰੇ ਤੁਹਾਨੂੰ ਡੀਪਲੀ ਚਾਹੀਦਾ ਹੋਊਗਾ ਮੈਂ ਕਿਵੇਂ ਵੀ ਕਰਾਂ, ਭਾਵੇਂ ਤੁਹਾਨੂੰ ਮੈਸੇਜ ਕਰਾਂ, ਜਿਵੇਂ ਵੀ ਕਾਲ ਕਰਾਂ, ਜਿਵੇਂ ਵੀ ਕਰਾਂ, ਮੈਂ ਤੁਹਾਨੂੰ ਕਰਕੇ ਉਹ ਚੀਜ਼ ਬਾਰੇ ਇਨਕੁਆਇਰੀ ਦਊਂਗਾ। ਤੇ ਮੈਂ ਤੁਹਾਨੂੰ ਮੋਟਾ ਮੇਨ ਦੱਸਿਆ ਹੈਗਾ। ਅਲੱਗ-ਅਲੱਗ ਹੋਰ ਵੀ ਹੈਗੇ ਅਗਲੇ, ਇਦਾਂ ਨਹੀਂ ਹੈਗਾ ਵੀ ਨੈਨੀ ਇੰਨਾ ਕਿ ਨੈਨੀ ਥੋੜਾ ਜਿਹਾ, ਹੋਰ ਵੀ ਹੈਗੀਆਂ ਕਈ ਚੀਜ਼ਾਂ। ਉਹ ਮੈਂ ਤੁਹਾਨੂੰ ਐਕਸਪਲੇਨ, ਕਿਉਂਕਿ ਮੇਰੀ ਵੀਡੀਓ ਲੌਂਗ ਹੋ ਜਾਂਦੀ ਹੈ, ਅਪਲੋਡਿੰਗ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ, ਤਾਂ ਕਰਕੇ ਮੈਂ ਜ਼ਿਆਦਾ ਵੀਡੀਓ ਨਹੀਂ ਅਪਲੋਡ ਕਰ ਸਕਦਾ ਤੇ ਸੌਰੀ ਹੈ ਨਾ। ਇਸ ਤੋਂ ਬਾਅਦ ਮੈਂ ਫਿਰ ਇੱਕ ਵਾਰ ਲਾਸਟ ਦੇ ਵਿੱਚ ਕਹਿਣਾ ਚਾਹੂੰਗਾ, ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਮੈਂ ਆਸ ਕਰਦਾ ਕਿ ਤੁਸੀਂ ਮੇਰੀ ਵੀਡੀਓ ਨੂੰ ਇਸ ਤਰ੍ਹਾਂ ਪਿਆਰ ਦਿੰਦੇ ਰਹੋਗੇ। ਮੈਂ ਤੁਹਾਡੇ ਆਉਣ ਵਾਲੇ ਟਾਈਮ ਵਿੱਚ ਵਧੀਆ ਬਲੌਗਿੰਗ ਵੀ ਲੈ ਕੇ ਆਵਾਂਗਾ ਅਤੇ ਜੋ ਇਮੀਗ੍ਰੇਸ਼ਨ ਦੇ ਰਿਲੇਟਡ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਮੈਂ ਵੀਡੀਓ ਤੁਹਾਨੂੰ ਲਾਂਚ ਕਰਦਾ ਰਹੂੰਗਾ। ਓਕੇ ਬਾਏ।